तैयार रहें। तैयारी में सब चीज आ जाती है। जागते रहो, तैयार रहो, स्वस्थ रहो। ਤੁਸੀਂ ਸਿਆਸਤ ਦੇ ਵਿੱਚ ਆ ਰਹੇ ਹੋ? नहीं जाएंगे, ਪੱਕੀ ਗੱਲ ਆ। पक्की गल है। ਕਿਸਾਨਾਂ ਨੂੰ ਕੀ ਅਖੀਰ ਦੇ ਵਿੱਚ ਕਹਿਣਾ ਚਾਹੋਗੇ? ਕਿੰਨੀ ਦੇਰ ਤੱਕ ਇਹ ਮਸਲਾ ਹੱਲ ਹੋ ਜਾਊਗਾ ਔਰ ਆਪਣੇ ਘਰਾਂ ਨੂੰ ਪਰਤ ਜਾਣਗੇ? अभी कुछ नहीं कह सकते हम। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੈ, ਉਹਨਾਂ ਦੇ ਵੱਲੋਂ ਬਿਆਨ ਜੋ ਦਿੱਤਾ ਗਿਆ, ਚਿਹਰਾ ਦੇਖਣ ਵਾਲਾ ਸੀਗਾ, ਚਿਹਰੇ ਦੇ ਉੱਤੇ ਖੁਸ਼ੀ ਨਹੀਂ ਸੀਗੀ। ਐਂ ਲੱਗਦਾ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਫੈਸਲਾ ਆਇਆ ਉਹਦੇ ਤੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਨੇ खुश नहीं है। हमने तो पहले भी बार बार कहा कि यहाँ पे इस सरकार में मंत्रियों को कोई अधिकार नहीं है। ਕਿਸਾਨ ਲਗਾਤਾਰ ਇਸ ਉਡੀਕ ਦੇ ਵਿੱਚ ਸੀ ਕਿ ਕਦੋਂ ਇਹ ਖੇਤੀ ਕਾਨੂੰਨ ਰੱਦ ਹੋਣਗੇ। ਕਿਸਾਨ ਇਸ ਉਡੀਕ ਦੇ ਵਿੱਚ ਸੀ ਕਿ ਕਦੋਂ ਆਪਣੇ ਘਰਾਂ ਨੂੰ ਪਰਤਣਗੇ। ਘਰਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ। ਹੁਣ ਇੱਕ ਵਾਰ ਆਸ ਜ਼ਰੂਰ ਵੱਜੀ ਹੈ ਕਿ ਕਿਸਾਨਾਂ ਨੂੰ ਉਸ ਆਸ ਦੇ ਉੱਤੇ ਭਰੋਸਾ ਹੈ। ਪ੍ਰਧਾਨ ਮੰਤਰੀ ਦੇ ਵੱਲੋਂ ਬੀਤੇ ਦਿਨ ਇੱਕ ਐਲਾਨ ਕੀਤਾ ਗਿਆ ਕਿ ਇਹ ਖੇਤੀ ਕਾਨੂੰਨ ਰੱਦ ਹੋਣਗੇ, ਪਰ ਕੀ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਇਸ ਐਲਾਨ ਦੇ ਉੱਤੇ ਭਰੋਸਾ ਹੈ ਕਿ ਵਾਕਿਆ ਹੀ ਉਹਨਾਂ ਨੂੰ ਹੁਣੇ ਆਸ ਵੱਜੀ ਹੈ ਕਿ ਅਸੀਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਵਾਂਗੇ, ਇਹ ਖੇਤੀ ਕਾਨੂੰਨ ਰੱਦ ਹੋ ਜਾਣਗੇ? ਬਹੁਤ ਸਾਰੇ ਸਵਾਲ ਨੇ, ਗੱਲਬਾਤ ਕਰਾਂਗੇ, ਇਹਨਾਂ ਸਵਾਲਾਂ ਦੇ ਜਵਾਬ ਲਵਾਂਗੇ ਔਰ ਕੀ ਵਾਕਿਆ ਹੀ ਕਿਸਾਨ ਹੁਣ ਵਾਪਸ ਜਾਣ ਵਾਲੇ ਹੈ ਜਾਂ ਫਿਰ ਨਹੀਂ, ਹਾਲੇ ਇਸੇ ਤਰ੍ਹਾਂ ਮੋਰਚਿਆਂ ਦੇ ਉੱਤੇ ਡਟੇ ਰਹਿਣਗੇ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕਿਸਾਨ ਆਗੂ ਰਾਕੇਸ਼ ਟਕੈਤ ਜੀ ਨੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਰਾਕੇਸ਼ ਟਕੈਤ ਜੀ। ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਸਵਾਗਤ ਹੈ। और धन्यवाद जी, धन्यवाद। ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਖੇਤੀ ਕਾਨੂੰਨ ਰੱਦ ਹੋਣਗੇ। ਸਭ ਤੋਂ ਪਹਿਲਾਂ ਇਹ ਦੱਸੋ ਕਿ ਭਰੋਸਾ ਹੈ ਜਾਂ ਫਿਰ ਹਾਲੇ ਵੀ ਨਹੀਂ? प्रधानमंत्री ने कहा है तो देश की जनता के सामने कहा और ज्यादा टाइम लिया भी नहीं। इन्होंने कहा कि इसी महीने में हो जाएंगे। क्या 6 दिन रहेगी इसी महीने के। ਤੁਸੀਂ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ, ਤੁਸੀਂ ਕਿਹਾ ਸੀਗਾ ਕਿ ਸਰਕਾਰ ਆਪਣੇ ਉੱਤੇ 1 ਸਾਲ ਵਾਲਾ ਟੈਗ ਨਹੀਂ ਲਵਾਉਣਾ ਚਾਹੁੰਦੀ। ਉਸ ਬਿਆਨ ਦੇ ਮਾਇਨੇ ਕੀ ਦੇਖੇ ਜਾਣ, ਕਿਉਂਕਿ ਬਿਆਨ ਛੋਟਾ ਸੀ ਪਰ ਉਹਦੇ ਮਤਲਬ ਅੱਜ ਵੱਡੇ ਨਜ਼ਰ ਆ ਰਹੇ ਆ। ਕੀ ਪਹਿਲਾਂ ਹੀ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਸਰਕਾਰ ਜਲਦ ਹੀ ਇਹ ਖੇਤੀ ਕਾਨੂੰਨ ਰੱਦ ਕਰਨ ਵਾਲੀ ਹੈ? कुछ एहसास सा लगता था और ये भी था कि 1 साल सरकार वो नहीं लगाना चाहती कि 1 साल के बाद में 1 साल तक देश में आंदोलन चला, तो 1 साल से पहले सरकार इसका कुछ न कुछ समाधान निकालना चाहती थी। ਲੱਗਦਾਗਾ ਕਿ ਹੁਣ ਜਿਹੜਾ ਐਮਐਸਪੀ ਨੂੰ ਲੈ ਕੇ ਤੁਸੀਂ ਗੱਲ ਕਹਿ ਰਹੇ ਹੋ ਕਿ ਐਮਐਸਪੀ ਦੇ ਉੱਤੇ ਸਰਕਾਰ ਕਾਨੂੰਨ ਬਣਾਵੇ, ਗਰੰਟੀ ਪੂਰਨ ਤੌਰ ਦੇ ਉੱਤੇ ਮਿਲੇ, ਤੇ ਉਹ ਸਰਕਾਰ ਤੁਹਾਨੂੰ ਗਰੰਟੀ ਜਿਹੜੀ ਆ ਉਹ ਦੇ ਦੂਗੀ, ਜਾਂ ਫਿਰ ਇਹ ਆਖਿਆ ਜਾਊਗਾ ਕਿ ਇਹ ਤਾਂ ਪਹਿਲਾਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਰਦੇ ਸੀ, ਹੁਣ ਇਹਨਾਂ ਨੇ ਨਵੀਂ ਮੰਗ ਸ਼ੁਰੂ कर ली? नहीं, ये नई मांग नहीं है, ये तो हमारी पुरानी डिमांड है। और 2011 में प्रधानमंत्री जब गुजरात के मुख्यमंत्री होते थे, वो एक फाइनेंशियल कमेटी बनी थी और उसमें कई मुख्यमंत्री उसमें शामिल थे। उस टाइम पे इनकी ही रिपोर्ट है, नरेंद्र मोदी की ही रिपोर्ट है। उस रिपोर्ट को आज लागू कर दे। उस रिपोर्ट में था कि एमएसपी गारंटी कानून भारत सरकार बनाए, अपनी रिपोर्ट को आज ही लागू कर दे। ये ਲੋਕਾਂ ਦੇ ਵਿੱਚ ਹਾਲੇ ਵੀ ਇਸ ਗੱਲ ਨੂੰ ਲੈ ਕੇ ਸ਼ਸ਼ੋ ਪੰਜ ਹੈ ਕਿ ਕੀ ਸਾਨੂੰ ਵਾਪਸ ਮੁੜਨਾ ਚਾਹੀਦਾ ਹੁਣ ਜਾਂ ਫਿਰ ਹਾਲੇ ਇੰਤਜ਼ਾਰ ਕਰਨਾ ਚਾਹੀਦਾ? ਤੁਸੀਂ ਕੀ ਕਹਿੰਦੇ ਹੋ ਕਿ ਹਾਲੇ ਕਿੰਨਾ ਸਮਾਂ ਜਿਹੜਾ ਹੋਰ ਲੱਗ ਸਕਦਾ ਹੈ? ਸਾਡੀਆਂ ਸਾਰੀਆਂ ਮੰਗਾਂ ਜਿੰਨੇ ਤੱਕ ਨਹੀਂ ਮੰਨੀਆਂ ਜਾਂਦੀਆਂ, ਸਰਕਾਰ ਉਹਨਾਂ ਮੰਗਾਂ ਨੂੰ ਮੰਨਣ ਤੇ ਸਮਾਂ ਜਿਹੜਾ ਉਹ ਲਗਾ ਸਕਦੀ ਹੈ? सरकारों को तुरंत इस अब उम्मीद ये लगती है कि सरकार बातचीत शुरू करेगी और जो ये मसले हैं इसका समाधान निकाल लेगी। ਇੱਕ ਚੀਜ਼ ਹੋਰ ਕਿ ਬਹੁਤ ਸਾਰੇ ਜਦੋਂ ਆਪਾਂ ਪਹਿਲਾਂ ਦੇਖਿਆ ਸ਼ੁਰੂਆਤ ਹੋਈ ਸੀ ਅੰਦੋਲਨ ਦੀ ਤਾਂ ਉਦੋਂ ਬਹੁਤ ਇਕੱਠ ਨਜ਼ਰ ਆਉਂਦਾ ਸੀਗਾ। ਉਸ ਤੋਂ ਬਾਅਦ ਵਿੱਚ ਜੇ ਲੱਗਿਆ ਕਿ ਮੋਰਚਾ ਜਿਹੜਾ ਉਹ ਸ਼ਾਇਦ ਟੁੱਟ ਵੀ ਸਕਦਾ ਹੈ। ਉਸ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਡਿੱਗਦੇ ਆ, ਇੱਕ ਵਾਰ ਫਿਰ ਇੱਥੇ ਮੋਰਚਾ ਭਖਦਾ ਆ ਔਰ ਜਿੰਨੇ ਵੀ ਬਾਰਡਰ ਹੈ, ਦਿੱਲੀ ਦੀਆਂ ਸਰਹੱਦਾਂ ਜਿੰਨੇ ਵੀ ਕਿਸਾਨ ਬੈਠੇ ਸੀਗੇ ਉਹ ਵੱਡੀ ਗਿਣਤੀ ਦੇ ਵਿੱਚ ਫਿਰ ਉੱਥੇ ਜੁਟਣਾ ਸ਼ੁਰੂ ਹੋ ਜਾਂਦੇ ਆ। ਤਾਂ ਕੀ ਲੱਗਦਾ ਕਿ ਹੁਣ ਇੱਕ ਵਾਰ ਫਿਰ ਕਿਸਾਨ ਜਿਹੜੇ ਨੇ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਣਗੇ ਔਰ ਇੱਥੋਂ ਢੋਲ ਵਜਾਉਂਦੇ ਹੋਏ ਫਿਰ ਵਾਪਸ ਜਾਣਗੇ ਜਦੋਂ ਖੇਤੀ ਕਾਨੂੰਨ ਰੱਦ ਪੂਰੀ ਤਰ੍ਹਾਂ ਦੇ ਨਾਲ ਹੋ ਗਏ ਤੇ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹ ਮੰਨੀਆਂ ਗਈਆਂ? लोगों को ज्यादा भीड़ अभी हम मोर्चों पर नहीं बुलाते, क्योंकि आंदोलन कितना लंबा चले। भीड़ अगर एक दिन बुला लेते हैं, भीड़ 2 से 4 दिन 5 दिन रहती है ज्यादा, फिर भीड़ छटना शुरू हो जाती है। तो बाद में हमने ये डिसाइड करा 26 जनवरी के बाद में कि ज्यादा भीड़ एक बार ना बुलवाओ और उसको कंटिन्यू भीड़ को प्रोसेसिंग में बुलवाते रहे। तो यही आज है, भीड़ की कोई कमी नहीं है।
जितनी ज़रूरत होती है लोग उतने यहाँ पे आ जाते हैं। ਇਹ ਦੱਸੋ ਕਿ ਸਰਕਾਰ ਡਰ ਗਈ ਹੈ ਜਾਂ ਫਿਰ ਸਰਕਾਰ ਵਾਕਿਆ ਹੀ ਕਿਸਾਨਾਂ ਦੀ ਹੁਣ ਹਤੀਸ਼ੀ ਬਣਨਾ ਚਾਹੁੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਤੀਸ਼ੀਆਂ, ਜੇ ਕਿਸਾਨ ਨਹੀਂ ਚਾਹੁੰਦੇ ਤੇ ਤਾਂ ਅਸੀਂ ਖੇਤੀ ਕਾਨੂੰਨ ਰੱਦ ਕਰ ਰਹੇ ਹਾਂ, ਕਿਉਂਕਿ ਅੱਗੇ ਇਲੈਕਸ਼ਨ ਵੀ ਆ ਰਹੇ ਆ। ਕਾਰਨ ਕੀ ਸਮਝਦੇ ਹੋ ਤੁਸੀਂ? सरकार को जहाँ अपना फायदा होगा अभी वो काम कर रहे हैं। सरकार बहुत एलिगेशन लगाती है किसानों के ऊपर, उन एलिगेशन से इनको ज़्यादा फायदा नहीं हुआ, तो इसलिए इन्होंने कहा कि हमदर्दी इसी में ही है और इसी में ही फायदा है कि इन खेती कानूनों को रद्द करो अभी, तो उन्होंने रद्द किए। ਕੀ ਕਾਰਨ ਸਮਝਦੇ ਹੋ ਕਿ ਇੰਨਾ ਸਮਾਂ ਕਿਉਂ ਲੱਗ ਗਿਆ? ਜੇ ਇਹ ਚੀਜ਼ਾਂ ਤਾਂ ਪਹਿਲਾਂ ਵੀ ਹੋ ਸਕਦੀਆਂ ਸੀਗੀਆਂ, ਇਹ ਚੀਜ਼ਾਂ ਤਾਂ ਪਹਿਲਾਂ ਵੀ ਸਮਝਾ ਗਈਆਂ ਹੋਣੀਆਂ ਸੀ ਸਰਕਾਰ ਨੂੰ। ਬਹੁਤ ਅੰਤਰ ਹੈ ਉਹਨਾਂ ਦੇ ਕੋਲੇ। हम कुछ लोग थे जो भारत सरकार के लोग थे, हम उनको समझाने में नाकामयाब रहे होंगे और समझाने में नाकाम रहे होंगे, तो यही कारण लगता है कि हम उनको ठीक तरीके से अपनी बात नहीं समझा पाए मंत्री को। ਪਰ ਪ੍ਰਧਾਨ ਮੰਤਰੀ ਤਾਂ ਇਹ ਗੱਲ ਕਹਿੰਦੇ ਆ ਕਿ ਅਸੀਂ ਇਹਨਾਂ ਕਿਸਾਨਾਂ ਨੂੰ, ਕੁਝ ਕਿਸਾਨ ਸੀਗੇ ਜਿਨ੍ਹਾਂ ਨੂੰ ਅਸੀਂ ਨਹੀਂ ਸਮਝਾ ਸਕੇ ਕਿ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਚੰਗੇ ਸੀਗੇ, ਇਸ ਕਰਕੇ ਅੱਜ ਸਾਨੂੰ ਇਹ ਕਾਨੂੰਨ ਵਾਪਸ ਲੈਣੇ ਪੈ ਰਹੇ, ਰੱਦ ਕਰਨੇ ਪੈ ਰਹੇ। हम भी उनको समझाने में ज़्यादा टाइम हमको भी लगा सरकार को कि खेती कानून ये किसानों के हित में नहीं है, तो हमको भी ज़्यादा टाइम लगा उनको समझाने में, उनको समझने में ज़्यादा टाइम लगा। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੈ, ਉਹਨਾਂ ਦੇ ਵੱਲੋਂ ਬਿਆਨ ਜੋ ਦਿੱਤਾ ਗਿਆ, ਚਿਹਰਾ ਦੇਖਣ ਵਾਲਾ ਸੀਗਾ, ਚਿਹਰੇ ਦੇ ਉੱਤੇ ਖੁਸ਼ੀ ਨਹੀਂ ਸੀਗੀ। ਐਂ ਲੱਗਦਾ ਸੀਗਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਫੈਸਲਾ ਆਇਆ ਉਹਦੇ ਤੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਉਹਨੇ ਖੁਸ਼ ਨਹੀਂ ਹੈ, ਕਿਉਂਕਿ ਹੁਣ ਤੱਕ ਉਹ ਇਹੀ ਆਖਦੇ ਰਹੇ ਕਿ ਖੇਤੀ ਕਾਨੂੰਨ ਜਿਹੜੇ ਬਣਾਏ ਆ ਕਿਸਾਨਾਂ ਦੇ ਹੱਕ ਵਾਸਤੇ ਹੈ, ਔਰ ਇਹ ਕਾਨੂੰਨ ਜਦੋਂ ਬਣ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਕੀਮਤ ਦੇ ਉੱਤੇ। ਜਿਹੜਾ ਹੁਣ ਬਿਆਨ ਉਹਨਾਂ ਦਾ ਆਇਆ ਕਿ ਪ੍ਰਧਾਨ ਮੰਤਰੀ ਨੇ ਜੋ ਫੈਸਲਾ ਲੈ ਲਿਆ, ਚਲੋ ਠੀਕ ਹੈ, ਪਰ ਇੱਕ ਕਾਨੂੰਨ ਜਿਹੜੇ ਆ ਉਹ ਹਾਲੇ ਵੀ ਚੰਗੇ ਸੀਗੇ, ਤਾਂ ਫਿਰ ਕੀ ਮਜਬੂਰੀ ਹੋ ਸਕਦੀ ਹੈ? ਕੀ ਪ੍ਰਧਾਨ ਮੰਤਰੀ ਦੇ ਫੈਸਲੇ ਤੋਂ ਖੁਸ਼ ਨੇ ਜਾਂ नहीं? हमने तो पहले भी बार बार कहा कि यहाँ पे इस सरकार में मंत्रियों को कोई अधिकार नहीं है, उनसे बयान अपने आप खुद दिलवाते हैं और फैसला फिर बाद में कुछ करते हैं। ਪ੍ਰਧਾਨ ਮੰਤਰੀ ਮੋਦੀ ਬੈਕਫੁੱਟ ਤੇ ਉੱਤੇ ਨਜ਼ਰ ਆ ਰਹੇ ਆ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਜਿਹੜੇ ਕਾਨੂੰਨ ਅਸੀਂ ਬਣਾਏ ਸੀਗੇ ਉਹਨਾਂ ਨੂੰ ਸਮਝਾਉਣ ਦੇ ਵਿੱਚ ਅਸੀਂ ਜਿਹੜਾ ਨਿਰਾਸ਼ ਰਹੇ ਹਾਂ। ਕਿ ਕੁਝ ਲੋਕ ਹੁਣ ਇਹ ਗੱਲ ਕਹਿੰਦੇ ਆ ਕਿ ਇਹ ਮੁਸੀਬਤ ਕੁਝ ਸਮੇਂ ਵਾਸਤੇ ਟਲੀ ਹੈ, ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਇਹਨੂੰ ਅਲੱਗ ਰੂਪ ਦਿੱਤਾ ਜਾਵੇ ਇਹ ਜਿਹੜੇ ਖੇਤੀ ਕਾਨੂੰਨ ਨੇ, ਕਿਉਂਕਿ ਕਾਰਪੋਰੇਟ ਦੀ ਗੱਲ ਕੀਤੀ ਜਾਂਦੀ ਹੈ। ਉਹ ਕਹਿੰਦੇ ਕਿ ਕਾਰਪੋਰੇਟ ਦਾ ਕਾਫੀ ਪੈਸਾ ਲੱਗਿਆ ਸੀਗਾ ਇਹਦੇ ਵਿੱਚ, ਔਰ ਕਾਰਪੋਰੇਟ ਕਦੇ ਵੀ ਨਹੀਂ ਚਾਹੇਗਾ ਕਿ ਜਿਹੜਾ ਮੇਰਾ ਪੈਸਾ ਲੱਗਿਆ ਸੀਗਾ ਉਹ ਬਰਬਾਦ ਹੋਏ। ਹੁਣ ਇਹਨਾਂ ਨੂੰ ਇੱਕ ਨਵਾਂ ਰੂਪ ਦਿੱਤਾ ਜਾਊਗਾ। ਵੱਡੀ ਚੁਣੌਤੀ ਜਿਹੜੀ ਆ ਉਹ ਕਿਸਾਨਾਂ ਦੇ ਸਾਹਮਣੇ ਖੜੀ ਲਿਆ ਕੇ ਕੀਤੀ ਜਾਏਗੀ, ਔਰ ਹੋ ਸਕਦਾ ਕਿ ਕਿਸਾਨਾਂ ਨੂੰ ਉਸ ਗੱਲ ਦੀ ਭਿਣਕ ਵੀ ਨਾ ਪਏ, ਸਮਝ ਵੀ ਨਾ ਆਏ। हो सकता है, उसके लिए सतर्क है हम सब लोग, उनकी जानकारी हम करते रहेंगे। ਲਖਨਊ ਦੇ ਵਿੱਚ ਤੁਸੀਂ ਰੈਲੀ ਕਰਨ ਜਾ ਰਹੇ ਹੋ, ਕਿੰਨੀ ਦੇਰ ਤੱਕ ਇਹ ਰੈਲੀਆਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ, ਔਰ ਇਸ ਤੋਂ ਬਾਅਦ ਕੀ ਤੁਸੀਂ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਨਜ਼ਰ ਆਓਗੇ ਜਦੋਂ ਇਹ ਸਾਰਾ ਕੁਝ ਮਸਲੇ ਦਾ ਹੱਲ ਹੋ ਜਾਂਦਾ? लखनऊ की एक बड़ी पंचायत अभी है, उसके बाद में देश के अलग अलग हिस्सों में पंचायतें हैं, मीटिंगें हैं, और ये जो कानून है दिल्ली में आंदोलन चल रहा है और पूरे देश में ये मूवमेंट जारी है हमारा। आने वाले टाइम पे पता चलेगा और कि कहाँ कहाँ मीटिंग होगी, और संयुक्त मोर्चा पूर्ण रूप से मजबूत देश में रहेगा, यही हम पूर्ण रूप से चाहते हैं। ਤੁਸੀਂ ਸਿਆਸਤ ਦੇ ਵਿੱਚ ਆ ਰਹੇ ਹੋ? नहीं जाएंगे, ਪੱਕੀ ਗੱਲ ਆ? पक्की गल है। ਅਗਰ ਸਿਆਸਤ ਦੇ ਵਿੱਚ ਇਹਦੇ ਮਸਲੇ ਤੋਂ ਬਾਅਦ ਤੁਸੀਂ ਆਉਣੇ ਹੋ ਤਾਂ ਫਿਰ नहीं, जब हम आएंगे ही नहीं तो उसको जवाब क्या दे, जब हमको आना ही नहीं सियासत में, हम ऐसे ही रहेंगे, नॉन पॉलिटिकल रहेंगे। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਤੇ ਵਿਦੇਸ਼ ਦੇ ਵਿੱਚ ਜਿਹੜੇ ਲੋਕ ਬੈਠੇ ਆ, ਚਾਹੇ ਪੰਜਾਬ ਨਾਲ ਜੁੜੇ ਸੀਗੇ ਜਾਂ ਹੋਰਨਾਂ ਥਾਵਾਂ ਤੇ ਉਹਨਾਂ ਨੇ ਵੀ ਇੱਕ ਵੱਡਾ ਯੋਗਦਾਨ ਪਾਇਆ। ਕਿ ਉਹਨਾਂ ਦੇ ਬਾਰੇ ਕੀ ਸੋਚਦੇ ਹੋ? ਕਿੰਨਾ ਕੁ ਯੋਗਦਾਨ ਤੁਹਾਨੂੰ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਵਿੱਚ ਉਹਨਾਂ ਦਾ ਰਿਹਾ ਹੈ? उनका बड़ा योगदान रहा, जो हमारे परिवार बाहर विदेशों में हैं उनका बड़ा योगदान इस आंदोलन को रहा। वैचारिक रूप से वे सब साथ में रहे। वहाँ पे जब भी हमने कॉल की संयुक्त मोर्चे ने, उन लोगों ने वहाँ पे प्रदर्शन करे। वे लोग कनाडा, इंग्लैंड, यूएसए में रात को धरनों पर रहे, सड़कों के ऊपर उन्होंने रात बिताई,
वो एक बड़ा मूवमेंट वहाँ का होता है और वो वैचारिक रूप से पूर्ण रूप से इस आंदोलन के साथ में जुड़े रहे। वहाँ के जितने भी टीवी चैनल हैं, साझा टीवी हो या दूसरे ही और चैनल हो, वे हमेशा इस आंदोलन को दिखाते रहे। जब भी वहाँ पे विरोध मार्च करने की बात हुई, वो पीएम वहाँ पे गए, उनका विरोध करना हुआ तो उन्होंने विरोध में हिस्सा लिया और किसानी झंडे को विदेशी जमीन पे देश के किसानी झंडे को वहाँ पे फहराते रहे। तो उन सभी जो प्रवासी लोग हैं, जो बाहर विदेश में जो लोग रहते हैं, उन सबका हम धन्यवाद करते हैं। वे सभी हमारे परिवार के लोग हैं, उनका बार बार हम धन्यवाद करते हैं कि विदेश की ज़मीन पर रह के भी अपने देश की मिट्टी से उन्हें हमेशा लगाव रहा। ਇੱਕ ਜਿਹੜਾ ਅਖੀਰ ਦੇ ਸਵਾਲ ਨੇ ਤੇ ਉਹਨਾਂ ਦੇ ਵਿੱਚ ਇਹ ਹੈ ਕਿ ਜਿਹੜੀ ਤੁਹਾਡੇ 4 ਮੰਗਾਂ ਸੀਗੀਆਂ, ਉਹਨਾਂ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣਾ, ਉਹਨਾਂ ਦੇ ਵਿੱਚ ਐਮਐਸਪੀ ਦੀ ਗਾਰੰਟੀ, ਉਹਨਾਂ ਦੇ ਵਿੱਚ ਪਰਾਲੀ ਵਾਲਾ ਜਿਹੜਾ ਮਸਲਾ ਸੀਗਾ ਉਹ, ਔਰ ਬਿਜਲੀ ਸੰਸ਼ੋਧਨ ਜਿਹੜਾ ਬਿੱਲ ਸੀਗਾ ਉਸ ਨੂੰ ਲੈ ਕੇ, ਹੁਣ ਇਹਨਾਂ ਦੇ ਵਿੱਚੋਂ ਕਿੰਨੀਆਂ ਮੰਗਾਂ ਦੇ ਉੱਤੇ ਜੇਕਰ ਸਹਿਮਤੀ ਬਣ ਗਈ ਤਾਂ ਤੁਸੀਂ ਇੱਥੋਂ ਮੋਰਚਾ ਜਿਹੜਾ ਉਹ ਆਪਣਾ ਵਾਪਸ ਲੈ ਜਾਓਗੇ, ਵਾਪਸ ਜਾਣ ਲਈ ਤਿਆਰ ਹੋ ਜਾਓਗੇ? ਔਰ ਐਮਐਸਪੀ ਵਾਲੇ ਦੇ ਉੱਤੇ ਜੇਕਰ ਸਰਕਾਰ ਕਹਿੰਦੀ ਕਿ ਅਸੀਂ ਕੋਈ ਕਮੇਟੀ ਬਣਾ ਦਿੰਦੇ ਆ, ਕੁਝ ਸਮਾਂ ਜਿਹੜਾ ਇਸ ਤੇ ਲੱਗ ਜੂਗਾ, ਤਾਂ ਕੀ फैसला होगा? उसमें संयुक्त मोर्चा जो भी फैसला लेगा, संयुक्त मोर्चे की कल भी मीटिंग है और हमारे 29 तारीख तक प्रोग्राम लगे हुए हैं, तो हम उसके बाद ही कुछ अपना फैसला लेंगे। अभी एमएसपी गारंटी कानून बने, जो किसान हमारे शहीद हुए हैं उनको भी प्रायोरिटी पे हमको रखना है, उनकी स्मारक बनाने की बात है, वो भी प्रायोरिटी पे है। तो ये सारे सवाल अभी हैं। 26 ਜਨਵਰੀ ਨੂੰ ਜੋ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਕਈ ਸਾਰੇ ਲੋਕ ਜਿਹੜੇ ਆ ਉਹ ਚਾਹੇ ਉੱਥੇ ਵਰਗਲਾ ਕੇ ਲਿਆਂਦੇ ਗਏ, ਚਾਹੇ ਉਹ ਆਪਣੇ ਆਪ ਗਲਤੀ ਦੇ ਨਾਲ ਪਹੁੰਚ ਗਏ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਦਿੱਲੀ ਬਾਰੇ ਪਤਾ ਨਹੀਂ ਸੀਗਾ ਕਿ ਅਸੀਂ ਕਿਹੜੇ ਪਾਸੇ ਤੁਰੇ ਆ। ਉਹ ਇੱਕ ਦੂਸਰੇ ਦੇ ਪਿੱਛੇ ਭੇਡ ਚਾਲ ਜਿਸ ਤਰ੍ਹਾਂ ਕਹਿੰਦੇ ਆ, ਉੱਥੇ ਜਾ ਕੇ ਪਹੁੰਚ ਗਏ। ਹੁਣ ਉਹਨਾਂ ਦੇ ਉੱਤੇ ਮੁਕੱਦਮੇ ਵੀ ਦਰਜ ਆ। ਪਹਿਲਾਂ ਕਿਸਾਨ ਮੋਰਚੇ ਨੇ ਪੱਲਾ ਉਹਨਾਂ ਤੋਂ ਝਾੜ ਲਿਆ ਸੀਗਾ, ਉਹ ਕਹਿੰਦੇ ਕਿ ਅਸੀਂ ਨਹੀਂ ਇਹਨਾਂ ਨੂੰ ਭੇਜਿਆ, ਨਾ ਹੀ ਸਾਡੇ ਨਾਲ ਜਿਹੜੇ ਲੋਕ ਆਏ ਸੀਗੇ। ਮਾਮਲੇ ਉਹਨਾਂ ਦੇ ਉੱਤੇ ਦਰਜ ਨੇ, ਪਰ ਜੇ ਉਹਦਾ ਪਿਛੋਕੜ ਪਿੱਠ ਭੂਮੀ ਵੇਖੀਏ ਤਾਂ ਉਹ ਕਿਸਾਨੀ ਅੰਦੋਲਨ ਹੀ ਸੀਗਾ, ਇਸ ਕਰਕੇ ਉਹ ਦਿੱਲੀ ਪਹੁੰਚੇ ਸੀ। ਕੀ ਉਹਨਾਂ ਦੇ ਮੁਕੱਦਮੇ ਜਿਹੜੇ ਨੇ ਤੁਸੀਂ ਮੰਨਦੇ ਹੋ ਕਿ ਉਹ ਵੀ ਜਿਹੜੇ ਰੱਦ ਹੋਣੇ ਚਾਹੀਦੇ ਆ, ਸਾਰਾ ਕੁਝ ਰੱਦ ਹੋਣਾ ਚਾਹੀਦਾ ਇਸ ਮਸਲੇ ਨਾਲ ਜੁੜਿਆ, ਉਸ ਤੋਂ ਬਾਅਦ ਅਸੀਂ ਇੱਥੋਂ ਉੱਠਾਂਗੇ? रद्द होना चाहिए। मुकदमे जितने भी दर्ज हुए हैं वे सब मुकदमे रद्द होने चाहिए। 26 नवंबर के बाद में जो भी घटनाक्रम हुआ, जब यहाँ से किसान वापसी जाएं, वे मुकदमे, वे लोगों की शहादत, वे सब पूर्ण रूप से उन पर चर्चा होनी चाहिए और जो भी मुकदमे दर्ज हुए हैं मुकदमे खत्म होने चाहिए। 2022 ਦੇ ਵਿੱਚ ਭਾਜਪਾ ਦਾ ਵਿਰੋਧ ਯੂਪੀ ਦੇ ਵਿੱਚ ਕਰੋਗੇ ਜੇ ਮਸਲੇ ਉਸ ਤੋਂ ਪਹਿਲਾਂ ਹੱਲ ਹੋ ਗਏ, ਜਾਂ ਫਿਰ ਸੋਚਣਾ ਹਾਲੇ? अभी सरकारों से बातचीत शुरू हुई है, तो भी पहले बातचीत हमारी प्रायोरिटी है। पहली प्रायोरिटी हमारा किसान है अभी, तो पहले बातचीत सरकारों से अभी कर ले। ਕਿਸਾਨਾਂ ਨੂੰ ਕੀ ਅਖੀਰ ਦੇ ਵਿੱਚ ਕਹਿਣਾ ਚਾਹੋਗੇ? ਕਿੰਨੀ ਦੇਰ ਤੱਕ ਇਹ ਮਸਲਾ ਹੱਲ ਹੋ ਜਾਊਗਾ ਔਰ ਆਪਣੇ ਘਰਾਂ ਨੂੰ ਪਰਤ ਜਾਣਗੇ? ਤੁਸੀਂ ਕਹਿ ਸਕਦੇ ਹੋ ਫਿਲਹਾਲ ਦੀ ਸਥਿਤੀ ਦੇ ਮੁਤਾਬਕ, ਜਾਂ ਫਿਰ ਹਾਲੇ ਤੁਹਾਨੂੰ ਵੀ ਨਹੀਂ ਪੱਕਾ ਕਿ ਕਦੋਂ ਤੱਕ ਹੱਲ ਹੋਊਗਾ? अभी कुछ नहीं कह सकते हम। अभी तो किसानों को ये कहा कि आप तैयार रहो, स्वस्थ रहो और तैयार रहो। ਤਿਆਰੀ ਕੋਈ ਸਰਕਾਰ ਦੇ ਖਿਲਾਫ ਵੀ ਹੋ ਸਕਦੀ ਹੈ? सरकार के खिलाफ भी तो तैयारी है और किसके खिलाफ तैयारी है? ਇਸ ਤੋਂ ਜ਼ਿਆਦਾ ਵੀ ਕੋਈ ਤਗੜੀ ਚੀਜ਼ ਕਰ ਸਕਦੇ ਹੋ ਜੋ ਪਹਿਲਾਂ ਹੁੰਦੀਆਂ ਰਹੀਆਂ ਹੁਣ ਤੱਕ? तैयार रहें, तैयारी में सब चीज़ आ जाती है। जागते रहो, तैयार रहो, स्वस्थ रहो। ਬਿਲਕੁਲ ਇਹ ਸਨ ਕਿਸਾਨ ਆਗੂ ਰਾਕੇਸ਼ ਟਕੈਤ, ਜਿਨ੍ਹਾਂ ਦੇ ਵੱਲੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ। ਰਾਜਨੀਤੀ ਨੂੰ ਲੈ ਕੇ ਹਾਲੇ ਇਹਨਾਂ ਨੇ ਕਿਹਾ ਕਿ ਫੈਸਲਾ ਜਿਹੜਾ ਉਹ ਬਾਅਦ ਦੇ ਵਿੱਚ ਕੀਤਾ ਜਾਊਗਾ, ਪਰ ਫਿਲਹਾਲ ਆਪਣੇ ਤੌਰ ਦੇ ਉੱਤੇ ਆਖ ਰਹੇ ਕਿ ਰਾਜਨੀਤੀ ਦੇ ਵਿੱਚ ਕਦਮ ਨਹੀਂ ਰੱਖਣਗੇ। ਮਸਲੇ ਦਾ ਹੱਲ ਕਦੋਂ ਹੁੰਦਾ ਹੈ ਉਹਦੇ ਬਾਬਤ ਕੋਈ ਪੱਕੀ ਤਰੀਕ ਨਹੀਂ, ਪਰ ਇਹ ਆਖਦੇ ਆ ਕਿ ਜਲਦ ਹੀ ਇਸ ਮਸਲੇ ਦਾ ਹੱਲ ਹੋਊਗਾ। ਤੇ ਨਾਲ ਦੀ ਨਾਲ ਕਿਸਾਨਾਂ ਨੂੰ ਵੀ ਇਹਨਾਂ ਨੇ ਆਖਿਆ ਕਿ ਤਿਆਰੀ ਜਿਹੜੀ ਹੈ ਉਹ ਕਰਕੇ ਰੱਖਿਓ, ਕੁਝ ਵੱਡਾ ਵਾਪਰ ਸਕਦਾ। ਕੈਮਰਾਮੈਨ ਵਿਨੇ ਦੇ ਨਾਲ ਮੈਂ ਜਤਿੰਦਰ ਸਿੰਘ, ਸਾਂਝਾ ਟੀਵੀ ਕੈਨੇਡਾ। प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो।